बिस्मिल्लाहिर्रहमानिर्रहीम अस्सलामुअलैकुम। फार्मिंग टिप्स में शाहिद अली अवान की जानिब से खुश आमदीद। नाजरीन, आज की वीडियो में हम आपकी मुलाकात करवाएंगे जोगपुर के नंबरदार हाजी रहमतुल्लाह साहब से, जो कि एक शौकीन फार्मर हैं और अपने काम को बाखूबी सर अंजाम दे रहे हैं। इस वीडियो में हम उनसे उनके तजर्बे के गुर जानने की कोशिश करेंगे और साथ साथ आपको उनका फार्म भी दिखाएंगे, जिसमें उन्होंने एक से बढ़कर एक भैंसें रखी हुई हैं और उन जानवरों के बछड़े और कटरे यानी कट्टे दूसरी साइड पे रखे हुए हैं। यानी फार्म में उन्होंने सेक्शन वाइज अरेंजमेंट की हुई है। नाजरीन, इंशाल्लाह आपको वीडियो पसंद आएगी और इससे आपको कुछ ना कुछ सीखने को ज़रूर मिलेगा। और अगर आपको वीडियो अच्छी लगे तो हमारी हौसला अफजाई के लिए इसको लाइक, कमेंट और शेयर ज़रूर कीजिएगा। और अगर आप आइंदा भी ऐसी मालूमाती वीडियोस देखते रहना चाहते हैं तो चैनल को सब्सक्राइब करके बेल आइकन दबा दीजिएगा, ताकि हर नई बनने वाली वीडियो की इत्तला आप तक बर वक्त पहुँच सके। तो चलिए आपको मिलवाते हैं हाजी रहमतुल्लाह साहब से। वालेकुम सलाम। अंकल जी, की नाम है तुहाडा? रहमतुल्ला जी। रहमतुल्ला साहब, अपना तारुफ करवाओ जरा, पिंड का भी और जगह का भी। जोगपुर मेरा पिंड है। सही है। ते नंबरदार भी हूँ मैं पिंड का। माशाल्लाह। हाँ जी। और ये ज़िला सियालकोट है? जी, ज़िला सियालकोट है। हडमराले के नज़दीक पिंड है जोगपुर। ठीक हो गया। हाँ जी। अच्छा जी, माशाल्लाह। ਇਹ ਦੱਸਿਓ ਕਿ ਤੁਸੀਂ ਕਿੰਨੀ ਦੇਰ ਤੋਂ ਡੰਗਰਾਂ ਦਾ ਕਾਰੋਬਾਰ ਕਰ ਰਹੇ ਹੋ, ਮੱਝਾਂ ਗਾਵਾਂ ਦਾ? सर काम ਜਿਹੜਾ ਨਾ ਮੱਝਾਂ ਗਾਵਾਂ ਦਾ, ਇਹ ਤੇ ਜਿਹੜੇ ਪਹਿਲੇ ਅਸੀਂ ਬਚਪਨ ਤੋਂ ਲੈ ਕੇ ਫੰਡਰਾਂ ਝੋਟੀਆਂ ਰੱਖਦੇ ਰਹੇ ਹਾਂ। ਸਹੀ ਹੈ। ਉਹਨਾਂ ਨੂੰ ਪਾਲ ਕੇ ਫਿਰ ਵੇਚਣਾ ਤੇ ਫਿਰ ਜਿਹੜਾ ਨਾ ਉਹ ਮਤਲਬ ਕਿ ਅਸੀਂ ਫਰੋਖਤ ਕਰਦੇ ਹਾਂ ਵੰਨ ਲਾ ਕੇ, ਮਤਲਬ ਸੂਣ ਵਾਲੀਆਂ ਹੁੰਦੀਆਂ ਹੁੰਦੇ। ਸਹੀ ਹੈ। ਹੁਣ ਸਾਨੂੰ ਮਤਲਬ ਕਿ ਕੋਈ 4-5 ਸਾਲ ਹੋ ਗਏ ਨੇ ਮੈਨੂੰ ਜਿਹੜਿਆਂ ਨੂੰ ਮੱਝਾਂ ਦਾ ਸ਼ੌਕ ਪਿਆ। ਅੱਛਾ। ਇਹ ਮੱਝਾਂ ਜਿਹੜੀਆਂ ਨੇ ਦੁੱਧ ਵਾਲੀਆਂ, ਇਹ ਕੋਈ 5 ਸਾਲ ਤੋਂ ਮੈਂ ਰੱਖਣਾ ਪਿਆ। ਰੱਖ ਰਿਹਾ। ਤੋ ਇਹ ਅੱਲਾ ਦੇ ਫਜ਼ਲ ਨਾਲ ਇਹਦੇ 'ਚ ਮਜ਼ਾ ਠੀਕ ਆਇਆ। ਇਹ ਕੰਮ ਜਿਹੜਾ ਨਾ ਇਹ ਸਹੀ ਹੈ। ਜੇ ਬੰਦਾ ਮਤਲਬ ਕਿ ਇਹਨਾਂ ਦੀ ਸੇਵਾ ਕਰੇ ਮੱਝਾਂ ਦੀ, ਸਹੀ ਹੈ, ਤਾਂ ਅੱਲਾ ਦੇ ਹੁਕਮ ਨਾਲ ਜਿਹੜਾ ਨਾ ਇਹਦੇ 'ਚ ਕਸਰ ਘਾਟਾ ਕੋਈ ਨਹੀਂ। ਸਹੀ ਹੈ। ਅੱਛਾ, ਇਸ ਕੰਮ ਦੇ ਨਾਲ ਹੋਰ ਵੀ ਕੋਈ ਕਾਰੋਬਾਰ ਕਰ ਰਹੇ ਹੋ? ਹੋਰ ਮਤਲਬ ਕਿ ਜ਼ਿਮੀਂਦਾਰ ਜਿਹੜੇ ਨਾ, ਤੁਸੀਂ ਦੱਸਿਆ ਕਿ ਪਹਿਲੇ ਫੰਡਰਾਂ ਰੱਖੀ ਦੀਆਂ ਹਨ, ਹੁਣ ਅਸੀਂ ਦੁੱਧ ਵਾਲੀਆਂ ਰੱਖੀਆਂ ਨੇ। ਇਹਨਾਂ ਦੋਵਾਂ ਦਾ ਜ਼ਰਾ ਫਰਕ ਵਾਜ਼ੇ ਕਰਿਓ ਕਿ ਉਹਦੇ ਵਿੱਚ ਉਹਦਾ ਕੀ ਹਿਸਾਬ ਕਿਤਾਬ ਸੀ ਔਰ ਇਹਦਾ ਕੀ ਹਿਸਾਬ ਕਿਤਾਬ ਹੈ? ਫੰਡਰਾਂ ਦਾ ਇਹ ਹਿਸਾਬ ਸੀ ਕਿ ਅਸੀਂ ਉਹਨਾਂ ਨੂੰ ਮਤਲਬ ਕਿ ਜਦੋਂ ਮਤਲਬ ਕਿ ਉਹਨਾਂ ਵੰਨ ਸਿਰੇ ਚੜ੍ਹਦੀਆਂ ਨਾ, ਸਨਾਰ ਹੁੰਦੀਆਂ ਹਨ, ਹਾਂਜੀ, ਅਸੀਂ ਉਹਨਾਂ ਨੂੰ ਫਰੋਖਤ ਕਰ ਦਿੰਦੇ ਸਾਂ। ਸਹੀ ਹੈ। ਅਤੇ ਅਸੀਂ ਹੁਣ ਸਾਨੂੰ ਇਹ ਕਿਉਂਕਿ ਦੁੱਧ ਦਾ ਬਹੁਤੇ ਲੋਕਾਂ ਕੋ ਭੈਣਾਂ ਭਰਾ ਜਿਹੜੇ ਆਪਣੇ ਸੱਜਣ ਸਾਥੀ ਸਨ, ਯਾਰ ਦੋਸਤ, ਉਹ ਆਂਦੇ ਨਹੀਂ ਦੁੱਧ ਦੇ ਵਿੱਚ ਮੱਝਾਂ ਦਾ ਫਾਇਦਾ। ਸਹੀ ਹੈ। ਅਤੇ ਉਹ ਅਸਾਂ ਮਤਲਬ ਕਿ ਦੁੱਧ ਵਾਲੀਆਂ ਮੱਝਾਂ ਰੱਖੀਆਂ ਨੇ ਅਤੇ ਇਹਦੇ 'ਚ ਸਾਨੂੰ ਜਿਹੜਾ ਨਾ ਠੀਕ ਮਤਲਬ ਕਿ ਫਾਇਦਾ ਅੱਲਾ ਦੀ ਜ਼ਾਤ ਯਾਨੀ ਪਹਿਲੇ ਵਾਲੇ ਕਾਰੋਬਾਰ ਨਾਲ ਹੁਣ ਇਹਦੇ 'ਚ ਫਾਇਦਾ ਹੈ। ਹਾਂਜੀ, ਸਹੀ ਹੋ ਗਿਆ। ਅੱਲਾ ਤਾਲਾ ਨੇ ਜਿਹੜਾ ਨਾ ਇਹਦੇ 'ਚ ਰੋਜ਼ੀ ਸਾਨੂੰ ਠੀਕ ਦਿੱਤੀ, ਇਸ ਵਾਸਤੇ ਕਿ ਅਸੀਂ ਇੱਕ ਤਾਂ ਦੁੱਧ ਸਾਫ਼ ਸੁਥਰਾ ਦੇਣਾ ਅਸਾਂ ਦੁੱਧੀਆਂ ਨੂੰ। ਸਹੀ ਹੈ। ਅਤੇ ਮਤਲਬ ਕਿ ਇਹਦੇ 'ਚ ਪਾਣੀ ਦੀ ਲਾਹ ਨਹੀਂ ਅਸਾਂ ਆਉਣ ਦੇਣੀ। ਜ਼ਿੰਦਾਬਾਦ, ਵੈਰੀ ਗੁੱਡ। ਅਤੇ ਅੱਲਾ ਦੇ ਹੁਕਮ ਨਾਲ ਨਾ ਜਿੱਦਣ ਦਾ ਅਸਾਂ ਇਹ ਕੰਮ ਸ਼ੁਰੂ ਕੀਤਾ ਨਾ ਸਾਡੀ ਮੱਝ ਦਾ ਅੱਜ ਤੱਕ ਥਣ ਖਰਾਬ ਹੋਇਆ, ਨਾ ਕੋਈ ਮੱਝ ਜ਼ਾਇਆ ਹੋਈ ਹੈ। ਸਿਰਫ ਉਹਦੇ 'ਚ ਇਹ ਹੀ ਹੈ ਕਿ ਫਾਇਦਾ ਕਿ ਅੱਲਾ ਦੇ ਹੁਕਮ ਨਾਲ ਜਿਹੜਾ ਨਾ ਅਸੀਂ ਦੁੱਧ ਸਾਫ਼ ਦਿੰਦੇ ਹਾਂ। ਯਾਨੀ ਤੁਸੀਂ ਦੱਸਿਆ ਮਾਸ਼ਾਅੱਲਾ, ਇਮਾਨਦਾਰੀ ਨਾਲ ਕੰਮ ਕੀਤਾ ਜਾਏ ਤੇ ਅੱਲਾ ਤਾਲਾ ਰੋਜ਼ੀ ਦਿੰਦਾ। ਇਹ ਤਜਰਬਾ ਤੁਹਾਡਾ ਰੋਜ਼ੀ ਦਿੰਦਾ ਜੀ। ਸਹੀ ਹੋ ਗਿਆ। ਅੱਛਾ, ਹੁਣ ਇਹ ਦੱਸਿਓ ਕਿ ਇੰਨੇ ਜਾਨਵਰਾਂ ਵਾਸਤੇ ਚਾਰਾ ਕਿੰਨਾ ਤੁਸੀਂ ਇਸਤੇਮਾਲ ਕਰਦੇ ਹੋ? ਸਬਜ਼ ਔਰ ਤੂੜੀ ਛੋੜੀ ਵੰਡਾ ਛੰਡਾ, ਉਹਦਾ ਜੀ ਤਰਤੀਬ ਦੱਸਿਓ। ਚਾਰਾ ਅਸੀਂ ਜਿਹੜਾ ਨਾ ਇਹ ਮਤਲਬ ਕਿ ਜਿੰਨੇ ਸਾਡਾ ਕਮਾਲ ਹੈ ਨਾ, ਜਿਹੜਾ ਅਸੀਂ ਕਮ ਸੇ ਕਮ ਆਪਣਾ ਘਰ ਦਾ ਜਿਹੜਾ ਨਾ ਚਾਰਾ ਇੱਕ ਟਰਾਲੀ ਜਿਹੜੀ ਨੇ ਚੰਗੀ, ਉਹ ਅਸੀਂ ਲਿਆਉਂਦੇ ਹਾਂ। ਬੰਦੇ ਸਾਡੇ ਲਿਆਉਂਦੇ ਨੇ। ਅਤੇ ਤੂੜੀ ਜਿਹੜੀ ਨੂੰ ਅੱਗੇ ਸਾਡੇ ਘਰ ਦੀ, ਉਹ ਜਿੰਨੀ ਕਿ ਸਾਨੂੰ ਜ਼ਰੂਰਤ ਪਏ ਨਾ, ਅਸੀਂ ਵਧਣ ਦੇ ਨਾਲ ਨਹੀਂ ਇਹਨੂੰ ਇਸਤੇਮਾਲ ਕੀਤਾ। ਵੀ ਘਰ 'ਤੇ ਜੋ ਹੋਇਆ ਸਭ ਕੁਛ, ਅਤੇ ਉਹ ਇਹਦਾ ਵਧਣ ਨਹੀਂ ਅਸਾਂ ਹਿਸਾਬ ਨਹੀਂ। ਤੁਸੀਂ ਰਜਾਉਂਦੇ ਹੋ? ਰਜਾਣਾ ਅਸਾਂ ਮਤਲਬ ਕਿ ਆਪਣੇ ਨੂੰ ਜਿਹੜਾ ਨਾ ਇਹਨਾਂ ਦੀ ਖਿਦਮਤ ਸਹੀ ਕਰਨੀ ਹੈ, ਜਿੰਨੇ ਜੋ ਹੈ ਵਾ ਅਸੀਂ ਜਿੰਨੀ ਕਿ ਅਸੀਂ ਕਰ ਸਕਦੇ ਖਿਦਮਤ, ਉਨੀ ਕੁ ਅਸਾਂ ਸਹੀ ਕਰਨੀ ਹੈ। ਅੱਛਾ, ਹੁਣ ਮਾਸ਼ਾਅੱਲਾ ਤਦਾਦ ਦੱਸਿਓ ਤੁਹਾਡੇ ਕੋਲ ਜਾਨਵਰ ਜਾ ਪਾ ਕੇ ਛੋਟੇ ਵੱਡੇ ਸਾਰੇ ਕਿੰਨੇ ਨੇ? ਇਹ ਮੇਰੇ ਕੋਲ 50 ਜਿਹੜੇ ਨਾ 50 ਕੁ ਬਣ ਜਾਂਦੇ ਨੇ। 50 ਮਾਸ਼ਾਅੱਲਾ ਬਣ ਜਾਂਦੇ। ਇਹਨਾਂ 'ਚ ਲਹਿਰੀਆਂ ਕਿੰਨੀਆਂ ਨੇ? ਲਹਿਰੀਆਂ ਇਸ ਵੇਲੇ ਜਿਹੜੀਆਂ ਨਾ ਮੇਰੇ ਹਾਲੇ ਹੋਣਗੀਆਂ 15-18 ਲਹਿਰੀਆਂ ਨੇ। ਬਾਕੀਆਂ ਜਿਹੜੀਆਂ ਨਾ ਕੋਈ ਬੱਚੇ ਨੇ ਪਿੱਛੇ ਪਾ ਰੱਖੇ, ਬੱਚੇ ਨੇ ਇਹਨਾਂ ਦੇ 18-20 ਅਤੇ 26 ਕਮਈਆਂ ਨੇ, 27 ਅਤੇ 3 ਗਾਈਆਂ ਨੇ।
ਸਹੀ ਹੋ ਗਿਆ। 26 ਮਈਆਂ ਚ ਕੋ 18 ਕਲੈਰੀਆਂ ਨੇ। ਨਹੀਂ ਇਹਦੇ ਚ 15 16 ਲੈ ਰਹੀਆਂ ਨੇ। ਸਹੀ ਹੋ ਗਿਆ। ਹਾਂਜੀ ਇਸ ਵਕਤ ਉਹ ਜਿਹੜੀਆਂ 15 ਠੀਕ ਹੋ ਗਿਆ। ਅੱਛਾ ਇਹ ਦੱਸਿਓ ਕਿ ਇਹਨਾਂ ਦੇ ਸਾਰੇ ਡੰਗਰਾਂ ਦਾ ਤੁਸੀਂ ਦੱਸਿਆ ਲਗਭਗ 50 ਨੇ ਤੁਹਾਡੇ ਕੋਲ ਜੀ। ਕਿੰਨਾ ਕੁ ਖਰਚਾ ਤੁਹਾਡਾ ਡੇਲੀ ਬੇਸ ਤੇ ਆ ਰਿਹਾ? ਡੇਲੀ ਸਾਡਾ ਅੱਜ ਖਰਚਾ ਜਿਹੜਾ ਨਾ ਇਹ ਕਮ ਸੇ ਕਮ ਮਤਲਬ ਕਿ 3-4 ਹਜ਼ਾਰ ਰੁਪਇਆ ਜਿਹੜਾ ਨਾ ਖਰਚਾ ਸਾਡਾ ਸਾਰਿਆਂ ਤੇ? ਸਾਰਿਆਂ ਤੇ, ਸਾਰੇ ਖਰਚੇ ਪਾ ਕੇ ਵਿੱਚ? ਸਾਰੇ ਖਰਚੇ ਪਾ ਕੇ। ਅੱਛਾ 16 ਮੱਝਾਂ ਤੋਂ ਤੁਹਾਨੂੰ ਦੁੱਧ ਕਿੰਨਾ ਹਾਸਲ ਹੋ ਜਾਂਦਾ? ਦੁੱਧ ਦੇ ਕੋਲੋਂ ਸਾਡਾ ਜਿਹੜਾ ਨਾ 16 ਮੱਝਾਂ ਚੋਂ ਇਹ ਕੋਈ 2 ਕਮਾਣਾ ਇੱਕ ਟਾਈਮ ਦਾ, ਮਤਲਬ ਸਵੇਰ ਸ਼ਾਮ 4 ਮਣ ਹੋ ਜਾਂਦਾ ਸਾਡਾ। ਤੇ ਜਿਹੜੇ ਕੱਟੇ ਬੱਚੇ ਨੇ ਉਹ ਕਿੰਨੀ ਉਮਰ ਦੇ ਕਰਕੇ ਵੇਚਦੇ ਹੋ? ਉਹ ਅਸੀਂ ਮਤਲਬ ਕਿ ਜਦੋਂ ਕੰਮ 2.5-3 ਮਣ ਦਾ ਹੋਵੇ ਨਾ ਫਿਰ ਅਸਾਂ ਵੇਚਣਾ ਉਹ। ਹਾਂਜੀ। ਤੁਹਾਡੇ ਕੋਲ ਅੰਕਲ ਜੀ ਮੱਝਾਂ ਕਿਹੜੀ ਨਸਲ ਦੀਆਂ ਨੇ? ਸਾਡੇ ਕੋਲ ਜੀ ਅਸੀਂ ਮਤਲਬ ਕਿ ਬੂਰੇ ਦਾ ਇਲਾਕੇ ਨੀਲੀ ਨੂੰ ਲਿਆਉਂਦੇ ਹਾਂ ਮੱਝਾਂ, ਦਰਿਆ ਦਾ ਇਲਾਕਾ ਖਵਾਉਂਦਾ ਇੱਕ, ਠੀਕ ਹੈ। ਅਸੀਂ ਉਸ ਇਲਾਕੇ ਨੂੰ ਲੁੱਡਣ ਵਾਲੇ ਪਾਸੋਂ ਆਪ ਹੀ ਜਾ ਕੇ ਖੁਦ ਲਿਆਉਂਦੇ ਹਾਂ ਤੇ ਮੰਡੀਆਂ 'ਚੋਂ ਅਸੀਂ ਮੈਂ ਨਹੀਂ ਲੈਂਦੇ। ਮਤਲਬ ਕਿ ਤੁਸੀਂ ਝੋਟਾ ਆਪਣਾ ਰੱਖਿਆ ਉੱਥੋਂ ਦਾ ਜਾਂ ਇੱਥੋਂ ਦਾ ਕੋਈ ਝੋਟਾ? ਝੋਟਾ ਆਪਣਾ ਅਸਾਂ ਜਿਹੜਾ ਨਾ ਇਹਨਾਂ ਹੀ ਮੱਝਾਂ ਦਾ ਝੋਟਾ ਹਾਂ ਪਾਲਿਆ ਪੂਰਾ। ਨਸਲ ਪਿਓਰ ਹੋ ਗਈ? ਨਸਲ ਸਾਡੀ ਪਿਓਰ ਹੋ ਗਈ। ਕੱਟੀਆਂ ਜਿਹੜੀਆਂ ਨਾ ਉਹ ਮਤਲਬ ਕੱਚੀਆਂ ਨੇ। ਕੱਟੀਆਂ ਰੱਖਦੇ ਹੋ ਕਿ ਵੇਚਦੇ ਹੋ? ਨਹੀਂ ਅਸੀਂ ਰੱਖਦੇ ਕੱਟੀਆਂ ਜਿਹੜੀ ਕੋਈ ਅਗਰ ਕਿਸੇ ਬੰਦੇ ਲੈਣੀ ਹੋਏ ਤੇ? ਨਹੀਂ ਅਸੀਂ ਦਿੰਦੇ ਹੀ ਨਹੀਂ ਕੱਟੀਆਂ ਜਿਹੜੀਆਂ ਨਾ। ਕੱਟੀਆਂ ਨਹੀਂ ਆਪਣੀਆਂ ਕੱਟੀਆਂ ਨਹੀਂ, ਸਿਰਫ ਝੋਟੇ? ਝੋਟੇ ਦਿੰਦੇ ਹਾਂ। ਜ਼ਬਰਦਸਤ। ਤੇ ਮੱਝਾਂ ਵੇਚਦੇ ਹੋ? ਮੱਝਾਂ ਅਸੀਂ ਹੁਣ ਮਤਲਬ ਕਿ ਜਿਹੜੇ ਦੂਸਰੇ ਤੀਸਰੇ ਸੂ ਹੋ ਗਈ ਨਾ ਉਹ ਅਸੀਂ ਦੇ ਦਿੰਦੇ ਹਾਂ। ਅੱਛਾ ਇਹ ਦੱਸੋ ਕਿ ਮੱਝਾਂ ਕਿੰਨੇ ਸੂਏ ਤੱਕ ਦੁੱਧ ਸਹੀ ਦਿੰਦੀਆਂ ਰਹਿੰਦੀਆਂ ਨੇ? ਉਹ ਦਿਨੀਆਂ ਕਿਉਂ ਜਾ ਕੇ ਬੁੱਢੀਆਂ ਹੁੰਦੀਆਂ? ਮਾਲਕ ਦੇ ਜਿਹੜੀ ਨਾ ਮਾਲਕ ਤੇ ਡਿਪੈਂਡ ਹੈ। ਮਾਲ ਨਹੀਂ ਕਦੇ ਬੁੱਢਾ ਹੋਇਆ। ਜਦੋਂ ਬੁੱਢਾ ਹੁੰਦਾ ਮਾਲਕ ਬੁੱਢਾ ਹੁੰਦਾ, ਮਾਲ ਨਹੀਂ ਕਦੇ ਬੁੱਢਾ ਹੋਇਆ। ਅੱਛਾ ਅੰਕਲ ਜੀ ਇਹ ਦੱਸੋ ਕਿ ਜਿਹੜੀਆਂ ਤੁਸੀਂ ਖੁਰਲੀਆਂ ਬਣਾਈਆਂ ਨੇ ਕਿੰਨੀ ਲੰਬਾਈ ਦੀਆਂ ਨੇ ਤੇ ਇੱਕ ਖੁਰਲੀ ਤੇ ਕਿੰਨੇ ਜਾਨਵਰ ਬੰਨੇ ਜਾ ਸਕਦੇ ਨੇ? ਖੁਰਲੀਆਂ ਜਿਹੜੀਆਂ ਨਾ ਇਹ ਮਤਲਬ ਹੈ ਕਿ ਕੋਈ 50 ਮਤਲਬ ਕਿ ਫੁੱਟ ਵੀ ਹੈ ਵੇ। ਇਹਦੇ 'ਚ 10 ਕੋਈ 10 ਡੰਗਰ ਇੱਕ ਖੁਰਲੀ ਤੇ ਅਸੀਂ ਬੰਨ੍ਹਦੇ ਹਾਂ। ਇੱਕ ਸਾਈਡ ਨੂੰ? ਇੱਕ ਸਾਈਡ ਨੂੰ। ਡਬਲ ਸਾਈਡ ਦੀ ਜਿਹੜੀ ਨੂੰ ਅਸਾਂ ਨਹੀਂ ਬਣਾਈਆਂ। ਇਹ ਡਬਲ ਸਾਈਡ ਬਣਾਈ ਹੈ ਜਿਹੜੀ ਇਹਦੇ 'ਤੇ ਬੰਨ੍ਹਿਆ। ਇਹ ਕੋਈ 20 ਡੰਗਰ ਇਹਦੇ 'ਤੇ ਆ ਸਕਦੇ ਨੇ। ਜਿਹੜਾ ਮਤਲਬ ਕਿ 14 7 ਇੱਕ ਪਾਸੇ 10 ਇੱਕ ਪਾਸੇ 10 ਇੱਕ ਪਾਸੇ। ਇਹ ਤੁਹਾਡੇ ਖਿਆਲ 'ਚ ਡਬਲ ਸਾਈਡ ਵਾਲੀ ਠੀਕ ਰਹਿੰਦੀ ਜਾਂ ਸਿੰਗਲ ਸਾਈਡ ਵਾਲੀ? ਸਿੰਗਲ ਰਹਿੰਦੀ ਤਾਂ ਸਿੰਗਲ ਵਾਲੀ ਸਹੀ ਹੈ। ਡਬਲ ਵਾਲੀ ਨੂੰ ਚਾਰਾ ਨਹੀਂ ਇੰਨਾ ਪੂਰਾ ਮਿਲ ਸਕਦਾ। ਸਿੰਗਲ ਜਿਹੜੀ ਹੈ ਨਾ ਉਹਦੇ 'ਤੇ ਚਾਰਾ ਇਹਨਾਂ ਦਾ ਜਿਹੜਾ ਨਾ ਪੂਰਾ ਹੋ ਜਾਂਦਾ। ਹਾਂਜੀ। ਜਿਹੜਾ ਤੁਸੀਂ ਪਹਿਲੇ ਹਿਸਾਬ ਦੱਸਿਆ ਸੀ 50 ਫੁੱਟ ਦੀ ਖੁਰਲੀ ਤੇ 10 ਜਾਨਵਰ ਤੇ ਯਾਨੀ 5 ਫੁੱਟ ਇੱਕ ਜਾਨਵਰ? ਨਹੀਂ 5 ਤੋਂ 6 ਫੁੱਟ ਇੰਨਾ ਕੀ ਵਕਫੇ ਬੜਾ ਕਾਫੀ ਹੈ। ਉਂਝ ਇੱਕ ਜਾਨਵਰ ਨੂੰ ਰੱਖਣ ਵਾਸਤੇ ਜਗ੍ਹਾ ਕਿੰਨੀ ਚਾਹੀਦੀ ਹੈ ਅੰਦਰ ਬਾਹਰ ਦੇ ਹਿਸਾਬ ਨਾਲ? ਮਤਲਬ ਕਿ 10 ਜਾਨਵਰ ਹੋਣ ਤੇ ਇੰਨੀ ਜਗ੍ਹਾ ਹੋਏ, ਜਿਸ 'ਚ ਢਾਰਾ ਇੰਨੇ 'ਚ ਹੋਏ ਔਰ ਸੇਨ ਇੰਨੇ 'ਚ ਹੋਏ, ਉਹ ਕੋਈ ਹਿਸਾਬ ਹੈ? ਨਹੀਂ ਉਹਦੇ 'ਚ ਮਤਲਬ ਸੇਨ ਦਾ ਜਿਹੜਾ ਨਾ 10 ਤੇ ਇਹ ਆਪਣਾ 10 ਜਾਨਵਰਾਂ ਵਾਸਤੇ ਨਾ ਇੱਕ ਸਾਈਡ ਰੱਖਣਾ ਹੋਵੇ ਨਾ ਉਹਦੇ 'ਚ ਮਤਲਬ ਕਿ 50-10 ਤੇ ਸਾਰਾ 50 ਫੁੱਟ ਜਿਹੜਾ ਨਾ ਉਹ ਮਤਲਬ ਕਿ ਬਰਾਂਡਾ ਹੋਵੇ ਨਾ। ਠੀਕ ਹੈ। ਉਹਦੇ ਡਬਲ ਵੀ ਹੁਣ ਸਾਡਾ ਜਿਹੜਾ ਨਾ ਇਹ ਮਤਲਬ 100 ਫੁੱਟ ਦਾ ਬਰਾਂਡਾ ਜਾਂ 200 ਫੁੱਟ ਦਾ। ਇਹਦੇ 'ਚ ਖੁੱਲ੍ਹਾ ਹੀ ਮਾਲ ਜਿਹੜਾ ਨਾ ਮਤਲਬ ਕਿ ਦੁਆਲੀ ਬੱਧਾ ਹੁੰਦਾ। ਉਹ ਚੜਾਈ 'ਚ ਵਧਾ ਲਈਦਾ ਨਾ। ਠੀਕ ਹੈ। ਉਹ ਚੜਾਈ 'ਚ ਮਤਲਬ ਕਿ 20-25 ਫੁੱਟ ਚੜਾਈ 'ਚ 22 ਫੁੱਟ ਹੋ ਜੇ ਤੇ ਉਹਦੇ 'ਚ ਡਬਲ ਜਿਹੜਾ ਨਾ ਉਹ ਜੇ ਤੇ 20 ਡੰਗਰ ਬਚਦੇ ਨੇ ਤੇ 40 ਡੰਗਰ ਬੰਨ ਲਈਦੇ ਨੇ। ਠੀਕ ਹੈ। ਯਾਨੀ ਤੁਹਾਡੇ ਕਹਿਣ ਦਾ ਮਤਲਬ ਕਿ 50 ਫੁੱਟ ਲੰਬਾ ਹੋਏ ਤੇ ਉਹਦੇ 'ਚ 20 ਡੰਗਰ ਆ ਜਾਂਦੇ ਨੇ। 20 ਡੰਗਰ ਆ ਜਾਂਦੇ। ਔਰ ਅੰਦਰੋਂ ਕਿੰਨਾ ਚੌੜਾ ਹੋਏ? ਅੰਦਰੋਂ ਮਤਲਬ ਕਮ ਸੇ ਕਮ 20 ਤੋਂ 22 ਫੁੱਟ ਹੋਣਾ ਚਾਹੀਦਾ। ਯਾਨੀ 22x50 ਦਾ ਬਰਾਂਡਾ ਹੈ ਤੇ 10 ਡੰਗਰ? ਜੀ 10 ਡੰਗਰ ਆਉਣ ਦਾ ਲਾਜ਼ਮੀ। ਬਾਹਰ ਜਿਹੜੀ ਜਗ੍ਹਾ ਹੈ ਇਹ ਕੱਚੀ ਹੋਣੀ ਚਾਹੀਦੀ ਕਿ ਪੱਕੀ? ਜਿਹੜਾ ਨਾ ਮਤਲਬ ਕਿ ਹੁਣ ਕੁਛ ਇਹ ਮਾਲ ਵਾਸਤੇ ਪੱਕੀ ਵੀ ਚਾਹੀਦੀ ਹੈ। ਬਾਰਿਸ਼ ਬਰਸਾਤ ਦੇ ਵਿੱਚ ਪੱਕੀ ਜਗ੍ਹਾ ਵੀ ਹੋਣੀ ਚਾਹੀਦੀ ਹੈ। ਕੱਚੀ ਜਿਹੜੀ ਨਾ ਫਾਇਦੇਮੰਦ ਤੇ ਹੈ ਵੇ। ਬਾਕੀ ਉਹਦੇ 'ਚ ਪਿੱਛੇ ਵਾੜਾ ਬਣਾਇਆ ਅਸਾਂ, ਜਦੋਂ ਕੱਚੀ ਅਸਾਂ ਘਿੱਖਣਾ ਡੰਗਰ ਉੱਥੇ ਕੱਢ ਛੱਡਣੇ ਨੇ ਪਿੱਛੇ ਅਲੱਗਾ ਬਣਾਇਆ। ਠੀਕ ਹੈ। ਹਾਂਜੀ। ਮੱਝਾਂ ਵਾਸਤੇ ਚਾਰਾ ਕਿਹੜਾ ਠੀਕ ਰਹਿੰਦਾ? ਚਾਰਾ ਮੱਝਾਂ ਵਾਸਤੇ ਜਿਹੜਾ ਨਾ ਇਹ ਤੇ ਸਟਾਲਾ ਮਕਈ ਚਰੀ ਜਿਹੜੀ ਇਹ ਠੀਕ ਹੈ। ਹੋਰ ਇਹਨੂੰ ਚਾਰਾ ਹੋਰ ਕਿਹੜਾ ਪਾ ਸਕਦੇ ਅਸੀਂ? ਜ਼ਿਮੀਂਦਾਰਾਂ ਦਾ ਚਾਰਾ ਇਹੋ ਹੀ ਹੈ ਜ਼ਿਆਦਾ। ਮਕਈ ਚਰੀ ਸਾਈਲੇਜ ਯੂਜ਼ ਕਰਦੇ ਹੋ? ਸਾਰੇ ਜਸਾਂ ਤਰੀਕੇ ਕੀਤਾ। ਤੁਹਾਡਾ ਤਜਰਬਾ ਨਹੀਂ ਹੈ? ਸਾਡਾ ਤਜਰਬਾ ਨਹੀਂ ਉਸ ਬਾਰੇ ਸਾਨੂੰ ਮਤਲਬ ਕਿ ਅੱਲਾਹ ਤਾਲਾ ਦੀ ਰਹਿਮਤ ਦੇ ਪੱਠੇ ਸਾਡੇ ਕੋਲ ਜਿਹੜੇ ਨਾ
ਠੀਕ ਹੈ। ਇਹ ਚਾਰਾ ਬਹੁਤ ਜ਼ਿਆਦਾ ਆਪਣਾ ਘਰ ਦਾ ਹੁੰਦਾ। ਨੌਜਵਾਨਾਂ ਨੂੰ ਤੁਸੀਂ ਕੀ ਪੈਗਾਮ ਦੇਵੋਗੇ ਕਿ ਇਹ ਕੰਮ ਉਹਨਾਂ ਨੂੰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਨਫਾ ਬਖਸ਼ ਕੰਮ ਹੈ ਜਾਂ ਨੁਕਸਾਨਦੇਹ? ਨਹੀਂ, ਇਹਦੇ 'ਚ ਜੇ ਨਿਯਤ ਨਾ ਕਰਨ ਤਾਂ ਫਿਰ ਤੇ ਇਹ ਨਫੇ ਬੰਦਾ, ਤੇ ਜੇ ਬਦਨੀਤੀਆਂ ਹੋ ਕੇ ਕਰਨਾ, ਮਤਲਬ ਮਾਲ ਰੱਖਣਾ, ਉਹਨਾਂ ਦੀ ਤਵੱਜੋ ਨਹੀਂ ਕਰਨੀ, ਉਹਨਾਂ ਦੀ ਕੇਅਰ ਨਹੀਂ ਕਰਨੀ, ਖਿਆਲ ਨਹੀਂ ਕਰਨਾ, ਤੇ ਫਿਰ ਉਹ ਨੁਕਸਾਨਦੇਹ ਹੀ ਹੈ। ਤੁਹਾਨੂੰ ਦੱਸਿਆ ਨਾ ਕਿ ਹੁਣ ਮਤਲਬ ਕਿ ਮੈਨੂੰ 5 ਸਾਲ ਹੋ ਗਏ ਨੇ ਮੱਝਾਂ ਲਿਆ। ਅੱਲਾ ਦੇ ਫਜ਼ਲ ਨਾਲ ਇਹਨਾਂ ਦਾ ਇੱਕ ਥਣ ਤੱਕ ਵੀ ਮਤਲਬ ਕਿ ਨਹੀਂ ਇਹਨਾਂ ਨੂੰ ਖਰਾਬੀ ਹੋਈ। ਕਿਹੜੀਆਂ ਕਿਹੜੀਆਂ ਹਥਿਆਤਾਂ ਰੱਖਦੇ ਹੋ ਕਿ ਮਸਲਾ ਖਰਾਬ ਨਹੀਂ ਹੁੰਦਾ ਜਾਨਵਰ? ਮਸਲਾ ਇੱਕ ਤੇ ਇਹਦੀ ਸਫਾਈ ਰੱਖਦੇ ਅਸੀਂ, ਠੀਕ ਹੈ, ਥੱਲੇ ਫਰਸ਼ ਦੀ, ਮਤਲਬ ਕਿ ਡੰਗਰਾਂ ਦੇ ਥੱਲੇ ਸਫਾਈ ਰੱਖਦੇ ਹਾਂ। ਠੀਕ ਹੈ। ਦੂਸਰਾ ਇਹਨਾਂ ਨੂੰ ਜਿਹੜਾ ਨਾ ਹਰ ਮਤਲਬ ਕਿ ਤੀਜੇ ਚੌਥੇ ਦਿਨ ਮਿਰਚ ਮਸਾਲਾ ਜਿਹੜਾ ਨਾ ਇਹ ਅਸੀਂ ਮਤਲਬ ਕਿ ਇਹਨਾਂ ਨੂੰ ਦਿੰਦੇ ਰਹਿੰਦੇ ਹਾਂ। ਮਿਰਚ ਮਸਾਲੇ 'ਚ ਕੀ? ਮਿਰਚ ਮਸਾਲੇ 'ਚ ਅਸੀਂ ਪਿਆਜ਼ ਹੋ ਗਿਆ, ਮਤਲਬ ਅਦਰਕ ਹੋ ਗਿਆ, ਹਰੀਆਂ ਮਿਰਚਾਂ ਹੋ ਗਈਆਂ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੇ ਨਾ ਇਹ ਦਿੰਦੇ ਰਹਿੰਦੇ ਹਾਂ। ਹਾਲਾਂ ਜੀ ਵੰਡਾ ਵੀ ਅਸੀਂ ਡੇਲੀ ਪਾਉਂਦੇ ਹਾਂ। ਠੀਕ ਹੈ। ਵੰਡਾ ਆਪ ਹੀ ਪਾਉਂਦੇ ਹੋ ਜਾਂ ਮੁਲਾਜ਼ਮਾਂ ਕੋਲ ਟਲਵਾਉਂਦੇ? ਮੈਂ ਕੋਲ ਖਲੋ ਕੇ ਵੰਡਾ ਪਾਉਣਾ। ਕੋਲ ਖਲੋ ਕੇ? ਬਿਲਕੁਲ, ਹਾਂ। ਠੀਕ ਹੈ। ਤੁਸੀਂ ਥੋੜੀ ਦੇਰ ਪਹਿਲੇ ਕਹਿ ਰਹੇ ਹੋ ਕਿ ਇਹਨਾਂ ਦੇ ਕੰਮ 'ਚ ਮੁਲਾਜ਼ਮਾਂ ਦਾ ਬੜਾ ਮਸਲਾ ਹੈ। ਮੁਲਾਜ਼ਮਾਂ ਨੂੰ ਕਿਸ ਤਰ੍ਹਾਂ ਡੀਲ ਕੀਤਾ ਜਾਏ, ਕੋਈ ਨਾ ਦੱਸਣ? ਮੁਲਾਜ਼ਮਾਂ ਨੂੰ ਖਰਚਾ ਤਾਂ ਤੁਹਾਨੂੰ ਪਤਾ ਹੈ, ਫਿਰ ਇਹਨਾਂ ਦਾ ਪੂਰਾ ਦੇਣਾ ਪੈਂਦਾ। ਠੀਕ ਹੈ। ਜਦੋਂ ਅਸੀਂ ਖਰਚਾ ਨਹੀਂ ਪੂਰਾ ਦੇਤੇ ਥੋੜਾ ਵੀ ਗਰੀਬਾਂ ਦਾ ਅਸਰਾ ਆਖਰ ਉਹਨਾਂ ਦੇ ਨਾਲ ਵੀ ਪੇਟ ਲੱਗਾ। ਬਿਲਕੁਲ ਬਿਲਕੁਲ। ਹਾਂ, ਤੇ ਹਰ ਕੰਮ ਜਿਹੜਾ ਨਾ ਉਹਦੇ 'ਚ ਥੋੜਾ ਜਿਹਾ ਮਤਲਬ ਕਿ ਤੇ ਦੇਣੇ ਕਰਨੀ ਪੈਂਦੀ ਹੈ ਨਾ। ਜੇ ਤੇ ਨਾ ਮਤਲਬ ਕਿ ਕਰਾਂਗੇ ਮੁਲਾਜ਼ਮ ਨਾਲ ਤਾਮਨ ਨਾਲ ਸਹੀ ਕਰਾਂਗੇ ਤੇ ਉਹਨੇ ਨਸਣਾ ਹੀ ਨਸਣਾ, ਹੋਰ ਕੀ ਕਰਨਾ ਉਹਨੇ। ਦੁੱਧ ਕਿੱਥੇ ਵੇਚਦੇ ਤੁਸੀਂ? ਅਸੀਂ ਸਾਡਾ ਦੁੱਧ ਹੀ ਤੇ ਇੱਥੋਂ ਹੀ ਲੈ ਜਾਂਦਾ। ਅੱਛਾ, ਦੁੱਧ ਹੀ ਨਹੀਂ ਦੇ ਰਹੇ ਹੋ? ਦੁੱਧ ਹੀ ਲੈ ਕਿਸ ਤਰ੍ਹਾਂ ਦਾ ਰੇਟ ਦੇ ਰਹੇ ਹੋ ਤੁਸੀਂ? ਅਸੀਂ 85 ਰੁਪਏ ਰੇਟ ਦੇ ਰਹੇ ਹਾਂ। 85 ਰੁਪਏ ਥੋੜਾ ਨਹੀਂ ਅਗਰ ਵੇਖਿਆ ਜਾਏ? ਉਹ 85 ਰੁਪਏ ਥੋੜਾ, ਪਰ ਹੁਣ ਨਹੀਂ, ਇੱਥੇ ਸਾਡੇ ਦੂਰ ਹੈ ਥੋੜਾ ਜਿਹਾ ਸ਼ਹਿਰ ਤੋਂ। ਅੱਛਾ, ਆਪ ਹੀ ਅਸੀਂ ਮਤਲਬ ਕਿ ਨਹੀਂ ਖੜ ਸਕਦੇ। ਖਾਲਸ ਦੁੱਧ ਹੀ 85 ਰੁਪਏ? 85 ਰੁਪਏ ਅਸੀਂ ਖਾ ਲਓ। ਪਿੰਡ ਦੇ ਵਿੱਚ ਨਹੀਂ ਲੋਕ ਲੈਂਦੇ? ਪਿੰਡ ਦੇ ਵਿੱਚ ਜਿਹੜਾ ਨਾ ਉਹ ਇੰਨਾ ਪੂਰਾ ਮਤਲਬ ਕਿ ਨਹੀਂ, ਉਹ ਖਰਾਬ ਹੋ ਜਾਂਦਾ। ਉਹ ਨਹੀਂ ਨਾ ਲੈਂਦੇ ਫਿਰ ਉਹਨਾਂ। ਸਹੀ ਵਿਕਦਾ ਨਹੀਂ। ਤੇ ਅਗਰ ਕੋਈ ਦੁੱਧ ਵਧਾਉਣ ਦਾ ਕੋਈ ਨੁਸਖਾ ਹੈ ਜੋ ਜਾਨਵਰ ਦੁੱਧ ਘਟਾਉਂਦਾ? ਤੇ ਦੁੱਧ ਵਧਾਉਣ ਦਾ ਨੁਕਸਾ ਇਹ ਹੀ ਹੈ ਕਿ ਉਹਨਾਂ ਵਾਲੇ ਪੱਠਿਆਂ ਦੀ ਤਵੱਜੋ ਕਰੋ, ਵੰਡੇ ਦੀ ਤਵੱਜੋ ਕਰੋ। ਵੰਡਾ ਜਿਹੜਾ ਨਾ ਉਹਨੂੰ ਸਹੀ ਠੀਕ ਮਿਲਣਾ ਚਾਹੀਦਾ। ਦੂਸਰਾ ਉਹ ਮਿਰਚ ਮਸਾਲੇ ਵਾਲੀ ਜਿਹੜੀ ਮੈਂ ਗੱਲ ਕੀਤੀ ਹੈ ਨਾ, ਇਹਦੇ ਵੱਲ ਧਿਆਨ ਦਿਓ ਕਿ ਹੁਣ ਇੱਕ ਡੰਗਰ ਮਤਲਬ ਕਿ ਬਿਮਾਰ ਹੋ ਗਿਆ ਤਾਂ ਉਹਦੇ ਵੱਲ ਮਾਲਕ ਤਵੱਜੋ ਨਹੀਂ ਕਰਦਾ। ਜਦੋਂ ਮਾਲਕ ਤਵੱਜੋ ਕਰੇਗਾ ਤਾਂ ਸਹੀ ਹੋਵੇਗਾ ਨਾ। ਜੇ ਉਹ ਤਵੱਜੋ ਨਹੀਂ ਕਰਦੇ ਤੁਸੀਂ ਤਾਂ ਉਹ ਸਹੀ ਨਹੀਂ ਹੋ ਸਕਦਾ। ਅੱਛਾ, ਤੁਸੀਂ ਇਹ ਮੁਲਾਜ਼ਮਾਂ ਦੀ ਤੁਹਾਨੂੰ ਮਸਾਇਲ ਦੱਸੇ ਨੇ, ਐਨੇ ਡੰਗਰਾਂ ਵਾਸਤੇ ਕਿੰਨੇ ਮੁਲਾਜ਼ਮ ਰੱਖੇ ਤੁਸੀਂ? ਅਸੀਂ ਇਹਨਾਂ ਵਾਸਤੇ 3 ਮੁਲਾਜ਼ਮ ਨੇ। 3 ਮੁਲਾਜ਼ਮ ਕਿਹੜੀ ਜਗ੍ਹਾ ਤੋਂ ਆਏ ਨੇ? ਇਹ ਬੂਰੇ ਮੰਡੀਆਂ ਆਏ ਨੇ। ਬੂਰੇ ਮੰਡੀਆਂ ਆਏ ਨੇ। ਤੇ ਉਹਨਾਂ ਦੀ ਫੈਮਿਲੀ ਸਾਰੀ ਇੱਥੇ ਰਹਿੰਦੀ? ਤੁਸੀਂ ਰਿਹਾਇਸ਼ ਉਹਨਾਂ ਦੀ ਦਿੱਤੀ ਹੈ? ਫੈਮਿਲੀ ਹੈ। ਇਸ ਤੋਂ ਇਲਾਵਾ ਇਸ ਕਾਰੋਬਾਰ 'ਚ ਕਿਹੜਾ ਕਿਹੜਾ ਮਸਲਾ ਹੈ? ਇਹਦੇ 'ਚ ਸਭ ਤੋਂ ਮੇਨ ਮਸਲਾ ਜਿਹੜਾ ਨਾ ਇਹ ਮੁਲਾਜ਼ਮ ਦਾ ਹੀ ਆ। ਅੱਛਾ, ਬਾਕੀ ਦੁੱਧ ਵੀ ਵਿਕ ਜਾਂਦਾ, ਪੱਠੇ ਵੀ ਲੱਗ ਜਾਂਦੇ ਨੇ, ਬਿਮਾਰ ਜਾਨਵਰ ਹੋਣੋਂ ਵੀ ਹੱਲ ਹੋ ਅੱਲਾ ਦੇ ਫਜ਼ਲ ਨਾਲ ਹੋ ਜਾਂਦਾ, ਕੋਈ ਟਿਕਲ ਨਹੀਂ। ਚਲੋ ਜੀ, ਕੋਈ ਐਸੀ ਗੁਰ ਦੀ ਸਾਨੂੰ ਗੱਲ ਦੱਸੋ ਜਿਹੜੇ ਬੰਦੇ ਡੰਗਰ ਰੱਖਣਾ ਚਾਹੁੰਦੇ ਨੇ, ਨੌਜਵਾਨ ਤੁਹਾਡਾ ਇੰਟਰਵਿਊ ਸੁਣ ਰਹੇ ਨੇ, ਤੁਹਾਡੀ ਗੱਲ ਸੁਣ ਰਹੇ ਨੇ, ਜੀ, ਉਹਨਾਂ ਨੂੰ ਕੋਈ ਮਸ਼ਵਰਾ ਐਸਾ ਦੇਵੋ ਕਿ ਉਹਨਾਂ ਦੇ ਕੰਮ ਆਏ। ਮਸ਼ਵਰਾ ਤਾਂ ਅਸੀਂ ਇਹੀ ਦੇ ਸਕਦੇ ਹਾਂ ਕਿ ਜਿਸ ਭਰਾ ਨੇ ਵੀ ਇਹ ਕਰਨਾ ਨਾ ਕੰਮ, ਉਹ ਮਤਲਬ ਕਿ ਆਪਣਾ ਇੰਨਾ ਧਿਆਨ ਜ਼ਰੂਰ ਦੇ, ਮਤਲਬ ਕਿ ਆਪਣੇ ਮਾਲ ਵੱਲ ਵੀ ਜਿਹੜਾ ਨਾ ਮਾਲ ਭੁੱਖਾ ਨਹੀਂ ਰਹਿਣਾ ਚਾਹੀਦਾ। ਸਹੀ। ਇਹ ਤੁਹਾਡੇ ਸਾਹਮਣੇ ਸਾਡੀਆਂ ਮੱਝਾਂ ਨੇ, ਇਹ ਮਤਲਬ ਕਿ ਇੱਕ ਤੋਂ ਇੱਕ ਰਾਜ਼ੀ ਨੇ। ਬਿਲਕੁਲ ਸਹੀ ਹੈ। ਤੇ ਹੁਣ ਹਾਲ ਇਹ ਹੀ ਹੈ ਕਿ ਮੈਂ ਹਾਲਾਂ ਜੇ ਮਤਲਬ ਕਿ ਮੇਰੀ 65 ਸਾਲ ਉਮਰ ਹੈ ਮਾਸ਼ਾਅੱਲਾ, ਤੇ ਅੱਲਾ ਦੇ ਫਜ਼ਲ ਨਾਲ ਮੈਂ ਮੰਜੀ ਤੇ ਬਹਿ ਜਾਣਾ। ਬੰਦਿਆਂ ਨੇ ਕੰਮ ਜਿਹੜਾ ਨਾ ਆਪਣਾ ਮਾਲ ਨੂੰ ਜਦੋਂ ਪੱਠੇ ਪਾਣੇ ਨੇ, ਹੁਣ ਪਾਣੀ ਡਾਣਾ ਮੈਂ ਕੋਲ ਖਲੋ ਕੇ ਡਾਉਣਾ। ਮਤਲਬ ਕਿ ਡਿਊਟੀ ਮੇਰੀ ਇਹ ਹੈ ਕਿ ਮੈਂ ਕੋਲ ਖਲੋ ਕੇ। ਆਖਰੀ ਗੱਲ ਦੱਸਿਓ ਕਿ ਜਿਹੜੇ ਲੋਕ ਤੁਸੀਂ ਕਿਹਾ ਕਿ ਅਸੀਂ ਮੱਝਾਂ ਵੀ ਵੇਚਣੇ ਆ, ਜੀ, ਜਿਹੜੇ ਲੋਕ ਸਾਡੀ ਵੀਡੀਓ ਸੁਣ ਰਹੇ ਨੇ ਔਰ ਉਹ ਮੱਝਾਂ ਖਰੀਦਣਾ ਚਾਹੁੰਦੇ ਨੇ, ਤੁਹਾਡੀਆਂ ਮਾਸ਼ਾਅੱਲਾ ਮਾਲ ਅੱਛਾ ਹੈ, ਤੁਸੀਂ ਵੇਚਦੇ ਵੀ ਹੋ, ਨੰਬਰ ਆਪਣਾ ਦੇ ਦਿਓ ਸਾਨੂੰ ਤਾਂ ਕਿ ਜਿਹੜਾ ਬੰਦਾ ਤੁਹਾਡੇ ਨਾਲ ਰਾਬਤਾ ਕਰਨਾ ਚਾਹੁੰਦਾ ਉਹ ਕਰ ਸਕੇ। ਠੀਕ ਹੈ, ਦੇ ਦਿਆਂਗੇ। ਨੰਬਰ ਜ਼ੁਬਾਨੀ ਆਂਦਾ? 0308 0308 6176 6176 867 867। ਬਹੁਤ ਸ਼ੁਕਰੀਆ ਚਾਚਾ, ਤੁਸੀਂ ਬਹੁਤ ਮੁਫੀਦ ਮਾਲੂਮਾਤ ਦਿੱਤੀਆਂ ਨੇ। ਜਜ਼ਾਕੱਲਾ। अस्सलाम वालेकुम।